अस्सलाम वालेकुम। ਤੁਹਾਡੇ ਘਰ ਅਗਰ ਇੱਕ ਵੀ ਨਮਾਜ਼ੀ ਪਰਹੇਜ਼ਗਾਰ ਬੰਦਾ ਹੈ ਤੇ ਤੁਸੀਂ ਉਹਦੀ ਕਦਰ ਕਰਿਆ ਕਰੋ, ਨਾ ਕਿ ਤੁਸੀਂ ਉਹਦਾ ਮਜ਼ਾਕ ਉਡਾਓ। ਮੌਲਾਨਾ ਸਾਹਿਬ ਦੀ ਸ਼ਾਦੀ ਹੋਈ, ਉਹਨਾਂ ਪਹਿਲੀ ਰਾਤ ਹੀ ਨਫਲ ਅਦਾ ਕੀਤੇ ਕਿ ਮੇਰੀ ਸ਼ਾਦੀ ਹੋਈ ਹੈ, ਇਹਦੇ 'ਚ ਬਰਕਤ ਪਵੇ। ਥੋੜੇ ਅਰਸੇ ਬਾਅਦ ਮੌਲਾਨਾ ਦੇ ਘਰ ਬੇਟਾ ਪੈਦਾ ਹੋਇਆ। ਮੌਲਾਨਾ ਸਾਹਿਬ ਨੇ ਸੋਚਿਆ ਸੀ ਮੈਂ ਘਰ 'ਚ ਮਿਲਾਦ ਕਰਾਂਗਾ, ਨਾਜ਼ ਸ਼ਰੀਫ ਕਰਾਂਗਾ। ਉਹਦੇ ਤੋਂ ਪਹਿਲਾਂ ਹੀ ਘਰ ਖੁਸਰੇ ਆ ਗਏ, ਤਾੜੀਆਂ ਮਾਰਦੇ, ਬਾਜੀ ਮੁਬਾਰਕ ਹੋਵੇ, ਬੱਚੇ ਦੀ ਮੁਬਾਰਕ ਹੋਵੇ। ਉਹ ਅੰਦਰ ਆ ਗਏ ਖੁਸਰੇ, ਆ ਕੇ ਲੋਰੀਆਂ ਪਾਉਣ ਲੱਗ ਪਏ। ਜ਼ਨਾਨੀਆਂ ਵੀ ਕੁਰਸੀਆਂ ਢਾਹ ਕੇ ਬਹਿ ਗਈਆਂ ਤੇ ਉਧਰੋਂ ਮਹੱਲੇ ਦੇ ਬੱਚੇ ਇਕੱਠੇ ਹੋ ਗਏ, ਜ਼ਨਾਨੀਆਂ ਵੀ ਆ ਗਈਆਂ। ਤੂੰ ਛੱਤਾਂ ਤੋਂ ਤੱਕਣ ਲੱਗ ਪਏ ਕਿ ਖੁਸਰੇ ਇਹਨਾਂ ਦੇ ਘਰ ਲੱਗੇ ਨੇ ਲੋਰੀਆਂ ਪਾਉਣ। ਮੌਲਾਨਾ ਸਾਹਿਬ ਨੂੰ ਪਤਾ ਲੱਗਾ। ਮੌਲਾਨਾ ਸਾਹਿਬ ਘਰ ਆਏ ਤੇ ਉਹਨਾਂ ਆਖਿਆ ਖੁਸਰਿਆਂ ਨੂੰ ਨਿਕਲੋ ਇੱਥੋਂ ਮੇਰੇ ਘਰ 'ਚੋਂ, ਤੁਸੀਂ ਇੱਥੇ ਕੀ ਲੈਣ ਆਏ ਹੋ? ਖੁਸਰੇ ਤੁਹਾਨੂੰ ਪਤਾ ਹੈ ਬੜੇ ਤਗੜੇ ਹੁੰਦੇ ਨੇ, ਐਡੇ ਐਡੇ ਮੋਟੇ ਉਹਨਾਂ ਦੇ ਹੱਥ ਹੁੰਦੇ ਨੇ, ਚੰਗੇ ਕੱਦ ਬੁੱਤ ਵਾਲੇ ਹੁੰਦੇ ਨੇ, ਮੋਟੀਆਂ ਮੋਟੀਆਂ ਅੱਖਾਂ ਹੁੰਦੀਆਂ, ਪੂਰੇ ਤਗੜੇ ਜਣੇ ਹੁੰਦੇ ਨੇ, ਬੰਦੇ ਨੂੰ ਚੰਡ ਮਾਰਨ ਤੇ ਜ਼ਮੀਨ 'ਚ ਨੰਗਾ ਦਿੰਦੇ ਨੇ, ਇੰਨੇ ਤਗੜੇ ਹੁੰਦੇ ਨੇ। ਮੌਲਾਨਾ ਸਾਹਿਬ ਦਾ ਕੱਦ ਵੀ ਪੂਰਾ ਜਿਹਾ ਸੀ। ਉਹ ਆਖਣ ਨਿਕਲੋ ਨਿਕਲੋ ਇੱਥੋਂ ਬਾਹਰ ਨਿਕਲੋ। ਉਹ ਆਂਦੇ ਨੇ ਮੌਲਾਨਾ ਸਾਹਿਬ ਠਹਿਰ ਜੋ, ਅਸੀਂ ਟੁਰ ਜਾਂਦੇ ਹਾਂ, ਅਸੀਂ ਮੁਬਾਰਕ ਲੈ ਕੇ ਜਾਵਾਂਗੇ। ਉਹ ਮੌਲਾਨਾ ਸਾਹਿਬ ਗੁੱਸੇ 'ਚ ਆ ਕੇ ਦੇਣਾ ਮੈਂ ਤੁਹਾਨੂੰ ਮੁਬਾਰਕ, ਨਿਕਲੋ ਇੱਥੋਂ ਬਾਹਰ। ਉਹ ਜ਼ੋਰ ਲਾਉਣ ਲੱਗ ਪਏ। ਅੱਗੂ ਜਿਸਲੇ ਮੌਲਾਨਾ ਸਾਹਿਬ ਨੂੰ ਉਹ ਬਦੁਆਵਾਂ ਦੇਣ ਤੇ ਆਏ ਤੇ ਜ਼ਨਾਨੀ ਉਹਦੇ ਨੇ ਆਖਿਆ ਠਹਿਰ ਜੋ ਤੁਸੀਂ ਬਦੁਆ ਨਾ ਦਿਓ, ਤੁਸੀਂ ਮੇਰੀ ਗੱਲ ਸੁਣੋ। ਉਹਨਾਂ ਆਖਿਆ ਕਿ ਉਹਨਾਂ ਆਖਿਆ ਤੁਸੀਂ ਇੰਝ ਕਰੋ, ਮੌਲਾਨਾ ਸਾਹਿਬ ਕੱਲ੍ਹ ਹੋਣਗੇ ਕੰਮ ਤੇ ਤੁਸੀਂ ਕੱਲ੍ਹ ਦਿਹਾੜੀ 10 ਵਜੇ ਆ ਜਿਓ। ਉਹਨਾਂ ਆਖਿਆ ਠੀਕ ਹੈ। ਚੁੱਪ ਕਰਕੇ ਖੁਸਰੇ ਟੁਰ ਗਏ। ਮੌਲਾਨਾ ਸਾਹਿਬ ਨੇ ਘਰ ਆਖਿਆ ਕਿ ਖਬਰਦਾਰੇ ਘਰ 'ਚ ਵੜੇ ਤੇ ਮੈਂ ਕਿਸੇ ਨੂੰ ਨਹੀਂ ਛੱਡਣਾ, ਸਾਰਿਆਂ ਦੀਆਂ ਲੱਤਾਂ ਤਰੋੜ ਦਿਆਂਗਾ। ਉਹਨਾਂ ਆਖਿਆ ਜੀ ਠੀਕ ਹੈ। ਉਹ ਮੌਲਾਨਾ ਸਾਹਿਬ ਸੁਬਾਹ ਜਿਸੇ ਕੰਮ ਤੇ ਟੁਰ ਗਏ, ਉਹ ਖੁਸਰੇ ਫੇਰ ਆ ਗਏ, ਆ ਕੇ ਲੋਰੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ। ਜਿਸੇ ਲੋਰੀਆਂ ਪਾਉਣ ਲੱਗੇ ਸੀ ਤੇ ਮੌਲਾਨਾ ਸਾਹਿਬ ਨੂੰ ਕਿਸੇ ਨੇ ਫੋਨ ਕੀਤਾ, ਗੁਆਂਢੀ ਨੇ, ਤੁਸੀਂ ਚੰਗੇ ਮੌਲਾਨਾ ਸਾਹਿਬ, ਉਹ ਤੁਹਾਡੀ ਦੇ ਘਰ 'ਚ ਨਹੀਂ ਕੋਈ ਗੱਲ ਸੁਣਦਾ। ਉਹ ਖੁਸਰੇ ਫੇਰ ਆ ਕੇ ਤੁਹਾਡੇ ਘਰ ਲੱਗੇ ਨੇ ਲੋਰੀਆਂ ਪਾਉਣ। ਮੌਲਾਨਾ ਸਾਹਿਬ ਨੇ ਸਾਈਕਲ ਲਿਆ, ਫਟਾਫਟ ਘਰ ਆਏ। ਆ ਕੇ ਜ਼ਨਾਨੀ ਤੇ ਅੰਮਾ ਤੇ ਗੁੱਸੇ ਹੋਣ ਲੱਗ ਪਏ, ਤੁਸੀਂ ਕਿਹੜਾ ਕੰਮ ਕੰਜਰਖਾਨਾ ਖੋਲ ਲਿਆ ਇੱਥੇ? ਮੈਂ ਘਰ 'ਚ ਮਿਲਾਦ ਕਰਾਉਣਾ ਸੀ, ਤੁਸੀਂ ਜਿਹੜਾ ਖੁਸਰੇ ਘਰ 'ਚ ਬੁਲਾ ਲਏ ਨੇ। ਉਹ ਖੁਸਰਿਆਂ ਮਗਰ ਹੋ ਗਏ, ਸੋਟੀ ਫੜ ਕੇ ਨਿਕਲੋ ਬਾਹਰ, ਇੱਥੋਂ ਨਿਕਲੋ। ਖੁਸਰੇ ਕਹਿੰਦੇ ਠਹਿਰ ਜੋ ਨਿਕਲ ਜਾਂਦੇ ਹੋ। ਉਹਨਾਂ ਆਖਿਆ ਨਾ ਨਿਕਲੋ, ਧੱਕੇ ਮਾਰਨ ਲੱਗ ਪਏ। ਉਹਨਾਂ ਆਖਿਆ ਨਿਕਲ ਜਾਣਾ, ਧੱਕੇ ਨਾ ਮਾਰੋ, ਜੇ ਨਹੀਂ ਕੋਈ ਦੇਣਾ ਤੇ ਨਾ ਦਿਓ। ਤਾੜੀਆਂ ਮਾਰ ਕੇ ਉਹ ਆਖਣ, ਚੰਗੀ ਮੋਟੀ ਆਵਾਜ਼ ਹੁੰਦੀ ਹੈ ਉਹਨਾਂ ਦੀ। ਉਹ ਜਿਸਲੇ ਇਹ ਜੀ ਗੱਲਾਂ ਕਰ ਮੌਲਾਨਾ ਸਾਹਿਬ ਨੇ ਇੱਕ ਨੂੰ ਨਾ ਲੱਤਾਂ ਤੇ ਸੋਟੀ ਜਾ ਮਾਰੀ। ਜਿਸੇ ਸੋਟੀ ਮਾਰੀ ਨਾ ਤੇ ਉਹ ਇੱਕ ਪਿੱਛੇ ਜਿਹੜਾ ਖੁਸਰਾ ਖਲੋਤਿਆ ਉਹਨੇ ਲਿਆ ਕੇ ਪਿੱਛੋਂ ਹੱਥ ਸੱਟੀ ਚੰਡ ਮੌਲਾਨਾ ਸਾਹਿਬ ਦੇ। ਮੌਲਾਨਾ ਸਾਹਿਬ ਚੁੱਕੇ ਉੱਥੇ ਪਏ, ਦੂਸਰੀ ਸੱਟਣ ਲੱਗਾ ਤੇ ਮੌਲਾਨਾ ਸਾਹਿਬ ਫਟਾਫਟ ਕਮਰੇ 'ਚ ਵੜ ਕੇ ਅੰਦਰੋਂ ਕੁੰਡੀ ਲਾ ਲਈ। ਉਹਨਾਂ ਜਾ ਕੇ ਲੱਤ ਮਾਰ ਕੇ ਦਰਵਾਜ਼ਾ ਤਰੋੜ ਕੇ ਮੌਲਾਨਾ ਸਾਹਿਬ ਨੂੰ ਬਾਹਰ ਕੱਢ ਕੇ ਲਿਆਂਦਾ। ਅੱਗੂ ਚੰਡਾ ਮਾਰਨ ਲੱਗ ਪਏ। ਉਹ ਸਾਰੇ ਹੈਰਾਨ ਰਹਿ ਗਏ ਕਿ ਖੁਸਰੇ ਕੀ ਕਰਨ ਲੱਗ ਪਏ ਨੇ, ਇਹ ਤੇ ਚੰਗੇ ਭਲੇ ਤਗੜੇ ਜਣੇ ਨੇ। ਉਹ ਮੌਲਾਨਾ ਸਾਹਿਬ ਨੂੰ ਨਾ ਗਲਮੇ ਤੋਂ ਫੜ ਕੇ ਉਹਨਾਂ ਕਿਹਾ ਮੌਲਾਨਾ ਸਾਹਿਬ ਇੱਥੇ ਥੱਲੇ ਬਹਿ ਜਾ ਤੂੰ। ਉਹਨੂੰ ਥੱਲੇ ਬਹਾਲ ਕੇ ਤੇ ਉਹ ਘਰਦਿਆਂ ਨੂੰ ਕਹਿੰਦੇ ਨੇ ਕਿ 10 ਲੱਖ ਰੁਪਈਆ ਲੈ ਵਿਓ ਤੇ ਮੌਲਾਨਾ ਸਾਹਿਬ ਨੂੰ ਲੈ ਜਿਓ ਜਿਹੜੇ ਇਹਨੇ ਹਰਕਤ ਕੀਤੀ। ਉਹਨਾਂ ਆਖਿਆ ਮਾफ़ ਕਰ ਦਿਓ, ਇੰਝ ਗੁੱਸੇ 'ਚ ਆਏ ਸੀ। ਉਹਨਾਂ ਆਖਿਆ ਨਾ, ਇਹਨਾਂ ਨੂੰ ਮਾफ़ੀ ਨਹੀਂ ਲੱਭੇਗੀ, ਇਹਨਾਂ ਨੇ ਸਾਡੇ ਨਾਲ ਜਿਹੜੀ ਬਦਤਮੀਜ਼ੀ ਕੀਤੀ ਹੈ ਇਹਨਾਂ ਨੂੰ ਮਾफ़ੀ ਨਹੀਂ ਲੱਭ ਸਕਦੀ। ਉਹਨਾਂ ਜਨਾਬ ਮੌਲਾਨਾ ਸਾਹਿਬ ਦੇ ਗਲਮੇ ਤੋਂ ਫੜ ਕੇ ਦਰਵਾਜ਼ੇ ਤਰੀਕੇ ਬਾਹਰ ਖੜਨ, ਮੌਲਾਨਾ ਸਾਹਿਬ ਦਰਵਾਜ਼ੇ 'ਚੋਂ ਬਾਹਰ ਹੀ ਨਾ ਜਾਣ। ਆਖਰਕਾਰ ਉਹ ਲੈ ਕੇ ਟੁਰ ਗਏ। ਉਹ ਕਾਰ 'ਚ ਰੋਲਾ ਪੈ ਗਿਆ ਵੀ ਹੁਣ ਅਸੀਂ ਕੀ ਕਰੀਏ। ਉਹ ਖੁਸਰੇ ਲੈ ਗਏ ਜੀ, ਸਾਡੇ ਮੌਲਾਨਾ ਸਾਹਿਬ ਨੂੰ ਲੈ ਗਏ। ਉਹ ਅੱਗੂ ਪਿੱਛੋਂ ਢੇਰ ਹੱਥ ਮਾਰੀ। ਉਹਨੇ ਥਾਣੇ ਗਏ, ਥਾਣੇ ਵਾਲਿਆਂ ਵੀ ਪਰਚਾ ਲੈ ਲਿਆ, ਚਲੋ ਜੀ ਕੋਸ਼ਿਸ਼ ਕਰਨੇ ਆ। ਉਹ ਅੱਗੂ ਕਿਸੇ ਬੰਦੇ ਨੇ ਆਖਿਆ ਕਿ ਤੁਸੀਂ ਇੰਝ ਕਰੋ ਕਿ ਮੀਡੀਆ ਕੋਲ ਜਾਓ, ਮੀਡੀਆ ਜਾ ਕੇ ਗੱਲ ਕਰੋਗੇ, ਉੱਥੇ ਤੁਹਾਡੀ ਗੱਲ ਵੱਲ ਸੁਣਨ ਜਾਏਗੀ। ਉਹ ਜਿਸੇ ਮੀਡੀਆ ਕਿਸੇ ਬੰਦੇ ਨਾਲ ਗੱਲ ਕੀਤੀ, ਉਹ ਘਰ ਆਇਆ, ਉਹਨੇ ਆ ਕੇ ਪੂਰੀ ਗੱਲ ਪੁੱਛੀ। ਉਹਨੇ ਆਖਿਆ ਕੀ ਗੱਲ ਹੈ? ਉਹਨੇ ਆਖਿਆ ਇਸ ਤਰ੍ਹਾਂ ਘਰ ਆਏ ਸੀ, ਖੁਸਰੇ 2 ਵਾਰੀ ਆਏ ਨੇ ਤੇ ਮੌਲਾਨਾ ਸਾਹਿਬ ਨੇ ਗੁੱਸਾ ਕੀਤਾ ਤੇ ਅੱਗੋਂ ਮੌਲਾਨਾ ਸਾਹਿਬ ਨੂੰ ਉਹ ਮਾਰਨ ਲੱਗ ਪਏ ਨੇ, ਐਡੇ ਤਗੜੇ ਜਣੇ ਸੀ ਉਹ। ਉਹਨਾਂ ਆਖਿਆ ਅੱਛਾ ਤੇ ਤੁਹਾਨੂੰ ਪਤਾ ਕਿੱਥੇ ਰਹਿੰਦੇ? ਨਾ ਸਾਨੂੰ ਨਹੀਂ ਪਤਾ। ਉਹਨਾਂ ਫਿਰ ਜਿਸ ਵੇਲੇ ਮੀਡੀਆ ਵਾਲੇ ਨੇ ਕੋਈ ਪਤਾ ਕਰਾਇਆ, ਸਿੱਧਾ ਉਹਨਾਂ ਖੁਸਰਿਆਂ ਦੇ ਘਰ ਟੁਰ ਗਿਆ। ਖੁਸਰਿਆਂ ਨੇ ਜਨਾਬ ਉਹਨਾਂ ਨੂੰ ਬੈਠਕ 'ਚ ਪਾ ਲਿਆ, ਚੰਗੀ ਖਿਦਮਤ ਕੀਤੀ, ਫਰੂਟ ਸ਼ੂਟ ਦਿੱਤਾ, ਚੰਗਾ ਕੋਈ ਹੱਥ 'ਚ ਪੈਸੇ ਵੀ ਰੱਖੇ। ਉਹ ਮੀਡੀਆ ਵਾਲਾ ਤੋਂ ਖੁਸ਼ ਹੋ ਕੇ ਇਹਨਾਂ ਦੇ ਘਰ ਫਿਰ ਵਾਪਸ ਆਇਆ ਮੌਲਾਨਾ ਸਾਹਿਬ ਦੇ। ਉਹਨਾਂ ਆਖਿਆ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਉਹਨਾਂ ਮੌਲਾਨਾ ਸਾਹਿਬ ਦੀ ਉਹ ਖੁਸਰੇ ਨਾਲ ਯਾਰੀ ਵੀ ਹੈ, ਯਾਰੀ ਦੋਸਤੀ ਹੈ? ਉਹਨਾਂ ਆਖਿਆ ਨਾ ਉਹ ਇੰਝ ਤੇ ਹੈ ਹੀ ਨਹੀਂ। ਉਹਨੇ ਆਖਿਆ ਨਾ ਉਹ ਵਾਕਈ ਹੈ ਨੇ। ਉਹਨਾਂ ਆਖਿਆ ਸ਼ਾਮੀ ਉਹ ਕਿਸ ਟਾਈਮ ਘਰ ਆਉਂਦੇ ਸੀ? ਉਹਨੇ ਕਈ ਵਾਰੀ 9 ਵਜੇ ਆ ਜਾਂਦੇ, ਕਈ ਵਾਰੀ 10 ਵਜੇ ਆ ਜਾਂਦੇ, ਨਮਾਜ਼ ਪੜ੍ਹਦੇ ਨੇ ਮਸਜਿਦ ਤੇ ਕਦੇ ਥੋੜ੍ਹਾ ਲੇਟ ਹੋ ਜਾਂਦਾ। ਜਿਸ ਟਾਈਮ ਲੇਟ ਹੁੰਦੇ ਸੀ ਨਾ ਤੇ ਉਹ ਸਿੱਧੇ ਖੁਸਰਿਆਂ ਕੋਲ ਜਾਂਦੇ ਸੀ। ਉਹਨਾਂ ਆਖਿਆ ਨਾ ਉਹ ਇੰਝ ਦੇ ਆਈ ਨਹੀਂ, ਬੀਵੀ ਉਹਦੀ ਆਖੇ। ਉਹਨਾਂ ਆਖਿਆ ਇੰਝ ਦੇ ਆਇਆ ਸੀ, ਤੁਸੀਂ ਬੇਸ਼ੱਕ ਜਾ ਕੇ ਉਹ ਖੁਸਰੇ ਨੂੰ ਪੁੱਛ ਲਓ। ਉਹ ਸਿਰਫ ਇਹ ਚਾਹੁੰਦੇ ਸੀ ਕਿ ਘਰ ਕਿਰੇ ਪਤਾ ਨਾ ਲੱਗ ਜੇ, ਇਸ ਵਾਸਤੇ ਫਟਵਟ ਗੁੱਸੇ ਨਾਲ ਬਾਹਰ ਕੱਢਦੇ ਸੀ ਕਿ ਇਹਨਾਂ ਨੂੰ ਘਰਦਿਆਂ ਨੂੰ ਨਾ ਪਤਾ ਲੱਗ ਜਾਊ। ਜ਼ਨਾਨੀ ਨੇ ਸੋਚਿਆ ਕਿ ਵਾਕਈ ਮੌਲਾਨਾ ਸਾਹਿਬ ਇੰਝ ਦੇ ਹੀ ਹੋਣੇ ਨੇ। ਉਹ ਜਨਾਬ ਖੁਸਰਿਆਂ ਨੇ ਚੰਗਾ ਮੌਲਾਨਾ ਸਾਹਿਬ ਨੂੰ ਕੁੱਟ ਕੇ ਚੰਗੀ ਆਪਣੀ ਜਿਹੜੀ ਕਸਰ ਕੱਢ ਕੇ ਨਾ ਉਹਨਾਂ ਛੱਡ ਦਿੱਤਾ। ਉਹਨਾਂ ਕਿਹਾ ਸਾਨੂੰ ਪੈਸੇ ਨਹੀਂ ਚਾਹੀਦੇ, ਤੂੰ ਜਿਹੜੀ ਬਦਤਮੀਜ਼ੀ ਸਾਡੇ ਨਾਲ ਕੀਤੀ ਹੈ ਨਾ ਇਹਦੀ ਸਜ਼ਾ ਹੈ ਤੈਨੂੰ। ਉਹਨਾਂ ਜਿਸੇ ਛੱਡਿਆ ਮੌਲਾਨਾ ਸਾਹਿਬ ਘਰ ਆਏ। ਘਰ ਆ ਕੇ ਜ਼ਨਾਨੀ ਜਿਹੜੀ ਉਹ ਵੱਖਰੀ ਗੁੱਸੇ 'ਚ ਹੋਈ। ਉਹਨੇ ਆਖਿਆ ਮੌਲਵੀ ਤੂੰ ਕਿਹੜਾ ਕੰਮ ਕੀਤਾ? ਉਹਨੇ ਕੀ ਕੀਤਾ ਮੈਂ? ਉਹਨੇ ਆਖਿਆ ਤੂੰ ਖੁਸਰਿਆਂ ਨਾਲ ਯਾਰੀ ਲਾਈ ਹੈ ਤੇ ਮੇਰੇ ਨਾਲ ਵਿਆਹ ਕਿਉਂ ਕੀਤੀ? ਉਹਨੇ ਆਖਿਆ ਵਿਆਹ ਕੀਤਾ? ਤੈਨੂੰ ਕਿਹੜੇ ਨੇ ਆਖਿਆ ਕੰਜਰ ਨੇ ਕਿ ਮੈਂ ਖੁਸਰਿਆਂ ਨਾਲ ਲਾਈ ਹੈ? ਉਹਨੇ ਆਖਿਆ ਨਾ ਮੈਨੂੰ ਸਾਰੀਆਂ ਗੱਲਾਂ ਪਤਾ ਲੱਗ ਗਈਆਂ, ਮੀਡੀਆ ਵਾਲਾ ਗਿਆ ਸੀ, ਉਹਨੇ ਸਾਰੀ ਗੱਲ ਪੁੱਛੀ ਹੈ, ਉਹ ਫਲਾਣਾ ਖੁਸਰਾ ਤੇਰਾ ਯਾਰ ਹੈ।
ਉਹ ਮੌਲਵੀ ਆਂਦਾ ਕੋਈ ਅਕਲ ਨੂੰ ਹੱਥ ਮਾਰ, ਮੈਂ ਉਹਨਾਂ ਨੂੰ ਘਰੋਂ ਪਿਆ ਕੱਢਣਾ ਕਿ ਮੇਰੇ ਘਰ 'ਚ ਬੁਰਾਈਆਂ ਨਾ ਵੜਨ, ਤੇ ਉਲਟਾ ਤੂੰ ਮੇਰੇ ਤੇ ਲੱਗੀ ਹੈ ਇਲਜ਼ਾਮ ਲਾਉਣ। ਉਹਨੇ ਆਖਿਆ ਗੱਲ ਬਿਲਕੁਲ ਸੱਚੀ ਹੈ, ਮੈਂ ਤੇਰੇ ਨਾਲ ਨਹੀਂ ਰਹਿਣਾ ਮੌਲਵੀ, ਤੂੰ ਜੋ ਮਰਜ਼ੀ ਕਰ ਲੈ। ਉਹਨੇ ਆਖਿਆ ਗੱਲ ਸੁਣ ਵਾਸਤੇ ਹੀ ਜਿਸ ਤੈਨੂੰ ਮਰਜ਼ੀ ਮੇਰੇ ਕੋਲ ਕਸਮ ਲੈ ਲੈ, ਮੇਰੀ ਕਿਸੇ ਨਾਲ ਕੋਈ ਗੱਲ ਨਹੀਂ, ਮੈਂ ਤੇ ਤੁਹਾਨੂੰ ਆਣਾ ਪਿਆ ਘਰ 'ਚ ਇਸ ਤਰ੍ਹਾਂ ਦੇ ਕੰਮ ਨਾ ਕਰੋ, ਅੱਲਾ ਦਾ ਨਾਂ ਲਵੋ। ਉਹਨੇ ਆਖਿਆ ਨਹੀਂ ਬਹਰਹਾਲ ਮੌਲਾਨਾ ਮੈਂ ਨਹੀਂ ਤੇਰੇ ਨਾਲ ਰਹਿਣਾ। ਉਹ ਜਨਾਬ ਜ਼ਨਾਨੀ ਰੁੱਸ ਕੇ ਟੁਰ ਗਈ। ਉਹ ਫਿਰ ਕਿਸੇ ਬੰਦੇ ਨੇ ਸਮਝਾਇਆ, ਉਹਨੇ ਆਖਿਆ ਖੁਦਾ ਦਾ ਨਾ ਹੀ ਮੌਲਾਨਾ ਸਾਹਿਬ ਸਹੀ ਰਹਿ, ਉਹ ਬੰਦੇ ਅੱਛੇ ਨੇ, ਉਹ ਆਇੰਦਾ ਕੰਮ ਨਹੀਂ ਕਰਦੇ, ਉਹਨਾਂ ਪੈਸਾ ਸ਼ੈਸਾ ਦਿੱਤਾ ਮੀਡੀਆ ਨੂੰ ਤੇ ਤਾਂ ਇਹ ਗੱਲ ਬਣੀ ਹੈ। ਉਹ ਜਨਾਬ ਫਿਰ ਜ਼ਨਾਨੀ ਘਰੇ ਰਾਜ਼ੀ ਹੋਈ ਤੇ ਫਿਰ ਮੌਲਾਨਾ ਸਾਹਿਬ ਕੋਲ ਘਰ ਆਈ। ਤੁਸੀਂ ਦੱਸੋ ਮਾੜਾ ਬੰਦਾ ਜਿਹੜਾ ਸਿੱਧੇ ਰਸਤੇ 'ਤੇ ਚੱਲਦਾ, ਉਹਨੂੰ ਵੀ ਬੰਦੇ ਸਿੱਧੇ ਰਸਤੇ ਨਹੀਂ ਚੱਲਣ ਦਿੰਦੇ, ਇੰਨੀ ਉਹਨਾਂ ਦੀ ਦਹਿਸ਼ਤ ਹੁੰਦੀ ਹੈ। ਤੁਹਾਡੇ ਘਰ ਅਗਰ ਤਾੜੀਆਂ ਮਾਰਨ ਆਏ ਸੀ ਤੇ ਅਗਲੇ ਜਨਾਬ ਤਗੜੇ ਸੀ, ਚੰਗੇ ਭਲੇ ਜਣੇ ਹੁੰਦੇ ਨੇ, ਤੁਹਾਨੂੰ ਪਤਾ ਸਿਹਤਮੰਦ ਹੁੰਦੇ ਨੇ ਤੇ ਬੰਦੇ ਨੂੰ ਕਿਸ ਤਰ੍ਹਾਂ ਗੜਕਾ ਦਿੰਦੇ ਨੇ। ਇਸ ਵਾਸਤੇ ਇhtiyat ਕਰਿਆ ਕਰੋ, ਜ਼ਿਆਦਾ ਕਿਸੇ ਨਾਲ ਬਦਤਮੀਜ਼ੀ ਨਾ ਕਰੋ। ਬਾਕੀ ਇਹ ਹੈ ਕਿ ਸ਼ਰੀਫ ਬੰਦੇ ਨੂੰ ਜਿਹੜਾ ਉਹ ਜੀਣ ਦੇਣਾ ਚਾਹੀਦਾ, ਉਹਦੇ ਨਾਲ ਜ਼ਿਆਦਤੀ ਨਹੀਂ ਕਰਨੀ ਚਾਹੀਦੀ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰਦੇ ਹੋ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਕੋਈ ਛੋਟੀ ਮੋਟੀ ਗਲਤੀ ਹੋ ਜੇ ਤੇ ਜਿਹੜਾ ਨਾ ਮਾफ़ ਕਰ ਦਿਆ ਕਰੋ। ਵੈਸੇ ਮੈਨੂੰ ਖੁਸ਼ੀ ਹੁੰਦੀ ਹੈ ਜਿਹੜੀਆਂ ਤੁਸੀਂ ਮੇਰੀ ਛੋਟੀਆਂ ਗਲਤੀਆਂ ਕੱਢਦੇ ਹੋ ਨਾ, ਭਾਈ ਤੁਸੀਂ ਇਹ ਕਹਿਣਾ ਸੀ ਉਹ ਕਹਿਣਾ ਸੀ। ਭਾਈ ਜਿਸ ਤਰ੍ਹਾਂ ਮੈਂ ਗੱਲ ਸੁਣਨਾ ਫਿਰ ਕਦੇ ਕਦੇ ਮੇਰੇ ਕੋਲ ਥੋੜ੍ਹੀ ਬਹੁਤ ਅੱਗੇ ਪਿੱਛੇ ਹੋ ਜਾਂਦੀ ਹੈ। ਮੈਂ ਕਮੈਂਟਸ ਪੜ੍ਹ ਕੇ ਮੈਨੂੰ ਪਤਾ ਲੱਗਦਾ ਕਿ ਕਹਿੰਦੇ ਭਾਈ ਇੱਥੋਂ ਤੁਸੀਂ ਇਹ ਕਿਹਾ ਸੀ, ਇੱਥੋਂ ਇਹ ਕਿਹਾ ਸੀ, ਤੇ ਉਹ ਗੱਲ ਜਿਹੜੀ ਹੈ ਉਹ ਥੋੜ੍ਹੀ ਜਿਹੀ ਅੱਗੇ ਪਿੱਛੇ ਹੋ ਜਾਂਦੀ ਹੈ। ਬਾਕੀ ਇਹ ਹੈ ਕਿ ਮਾਜ਼ਰਤ ਨਾਲ ਅਗਰ ਕੋਈ ਗਲਤੀ ਹੋ ਜੇ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।